ਜਗ ਪੰਜਾਬੀ ਟੀਵੀ ਵੇਖਣ ਵਾਲੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਸਤਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਅੱਜ ਇੱਕ ਖਾਸ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਇੱਕ ਗੱਲਬਾਤ ਵੀ ਨਹੀਂ, ਇੱਕ ਆਈਡੀਆ ਹੈਗਾ। ਜਿਵੇਂ ਤੁਸੀਂ ਜਿਹੜੇ ਵੀ ਸਾਨੂੰ ਜਗ ਪੰਜਾਬੀ ਟੀਵੀ 'ਤੇ ਫੋਲੋ ਕਰਦੇ ਨੇ ਦੇਖਿਆ ਹੋਣਾ ਕਿ ਅਸੀਂ ਬੁੱਕਸ ਦੀ ਕਿਤਾਬਾਂ ਦੀ ਬੜੀ ਗੱਲ ਕਰਦੇ ਹੈਗੇ ਆ ਵੀ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ, ਕਿਤਾਬਾਂ ਦੇ ਨਾਲ ਹੀ ਕਾਮਯਾਬੀ ਮਿਲਦੀ ਹੈ। ਕਿਤਾਬਾਂ ਜਿਹੜੀਆਂ ਹੈਗੀਆਂ ਉਹ ਤੁਹਾਡੀਆਂ ਪਰਮਾਨੈਂਟ ਦੋਸਤ ਹੁੰਦੀਆਂ ਹੈਗੀਆਂ। ਖੁਸ਼ੀ ਦੇ ਵਿੱਚ, ਗਮੀ ਦੇ ਵਿੱਚ, ਵਿਹਲੇ ਟਾਈਮ ਦੇ ਵਿੱਚ, ਹਰ ਇੱਕ ਟਾਈਮ ਦੇ ਉੱਤੇ ਸਫ਼ਰ ਦੇ ਵਿੱਚ ਜਿਹੜੀਆਂ ਕਿਤਾਬਾਂ ਹੀ ਤੁਹਾਡੇ ਕੰਮ ਆਉਂਦੀਆਂ। ਈਵਨ ਕਿ ਜ਼ਿੰਦਗੀ ਨੂੰ ਬੈਲੈਂਸ ਚਲਾਉਣ ਵਾਸਤੇ ਵੀ ਕਿਤਾਬਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈਗਾ, ਕਿਉਂਕਿ ਕਿਤਾਬਾਂ ਦੇ ਵਿੱਚ ਹੀ ਸਾਨੂੰ ਪਤਾ ਲੱਗਦਾ ਕਿ ਅੱਛੀ ਜ਼ਿੰਦਗੀ, ਸਫਲਤਾਪੂਰਵਕ ਜ਼ਿੰਦਗੀ ਬਿਤਾਉਣ ਵਾਸਤੇ ਜਿਹੜਾ ਹੈਗਾ ਕਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ, ਉਹ ਕਿਤਾਬਾਂ ਦੇ ਵਿੱਚ ਹੀ ਉਹਨਾਂ ਦਾ ਮੈਂਸ਼ਨ ਕੀਤਾ ਹੁੰਦਾ ਹੈਗਾ। ਪਰ ਅਸੀਂ ਇਹ ਨੋਟ ਕੀਤਾ ਹੈਗਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੀ ਕਿਤਾਬ ਪੜ੍ਹੀ ਜਾਵੇ। ਮੰਨ ਲਓ ਜੇ ਸਾਡੇ ਕਹਿਣ 'ਤੇ ਕੋਈ ਬੰਦਾ ਕਿਤਾਬ ਪੜ੍ਹਦਾ ਵੀ ਹੈਗਾ ਤਾਂ ਉਹਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਕਿਹੜੀ ਕਿਤਾਬ ਜਿਹੜੀ ਹੈਗੀ ਪੜ੍ਹੀ ਜਾਵੇ, ਵੀ ਕਿਸ ਸਬਜੈਕਟ ਦੀ ਕਿਤਾਬ ਜਿਹੜੀ ਹੈਗੀ ਆ ਅਤੇ ਕਿੱਥੋਂ ਮਿਲਦੀ ਹੈ, ਕਿਹੜੀ ਵਧੀਆ ਹੈਗੀ ਹੈ ਉਸ ਸਬਜੈਕਟ ਦੇ ਵਿੱਚ ਕਿਤਾਬ। ਅਤੇ ਇਹ ਇੱਕ ਚੈਲੰਜ ਰਹਿੰਦਾ ਹੈਗਾ, ਕਿਉਂਕਿ ਮੈਨੂੰ ਆਪ ਨੂੰ ਖੁਦ ਬਹੁਤ ਸ਼ੌਂਕ ਹੈਗਾ ਬੁੱਕਸ ਪੜ੍ਹਨ ਦਾ, ਔਰ ਸ਼ੁਰੂ ਤੋਂ ਹੈਗਾ, ਬਚਪਨ ਤੋਂ ਹੈਗਾ, ਕਾਲਜ ਟਾਈਮ ਤੋਂ, ਸਕੂਲ ਟਾਈਮ ਤੋਂ ਜਿਹੜਾ ਬੁੱਕਸ ਪੜ੍ਹਨ ਦਾ। ਅਤੇ ਅੱਜ ਤੱਕ ਜਿਹੜਾ ਹੈਗਾ ਕਿ ਇਹ ਚਟਕ ਜਿਹੜੀ ਲੱਗੀ ਹੋਈ ਆ। ਮੇਰੇ ਬੱਚਿਆਂ ਨੂੰ ਵੀ ਜਿਹੜੀ ਹੈਗੀ ਆ ਵੀ ਕਾਫੀ ਇੰਟਰਸਟ ਹੈਗਾ ਬੁੱਕਸ ਪੜ੍ਹਨ ਦਾ, ਅਤੇ ਇਸ ਕਰਕੇ ਅਸੀਂ ਘਰ ਦੇ ਵਿੱਚ ਬੁੱਕਸ ਹਰ ਮਹੀਨੇ ਜਿਹੜੀਆਂ ਨਵੀਆਂ ਐਡ ਹੁੰਦੀਆਂ ਰਹਿੰਦੀਆਂ ਹੈਗੀਆਂ। ਤੋ ਜਸਟ ਇੱਕ ਆਈਡੀਆ ਆਇਆ ਸੀ ਕਿ ਕਿਉਂ ਨਾ ਅਸੀਂ ਕੁਛ ਨਾ ਕੁਛ ਕੰਟਰੀਬਿਊਟ ਜਿਹੜਾ ਹੈਗਾ ਕਿ ਸੋਸਾਇਟੀ ਦੇ ਵਿੱਚ ਕਰੀਏ ਕਿਸੇ ਤਰੀਕੇ ਦੇ ਨਾਲ, ਤਾਂ ਕਿ ਲੋਕ ਜਿਹੜੇ ਹੈਗੇ ਕਿ ਬੁੱਕਸ ਪੜ੍ਹਨ, ਕਿਉਂਕਿ ਦੀਵਾ ਜਗਾਉਣ ਦੇ ਨਾਲ ਹੀ ਹਨੇਰੇ ਦੇ ਵਿੱਚ ਰੌਸ਼ਨੀ ਹੁੰਦੀ ਹੈਗੀ ਆ। ਅਤੇ ਕਈ ਵਾਰੀ ਮੰਨ ਲਓ ਸਾਡੇ ਘਰ ਕੋਈ ਆਉਂਦਾ ਹੈ ਕਿ ਲਾਇਬ੍ਰੇਰੀ ਇੱਕ ਬਣੀ ਹੋਈ ਹੈਗੀ ਹੈ, ਬੁੱਕਸ ਪਈਆਂ ਹੁੰਦੀਆਂ, ਅਤੇ ਉਹ ਜਿਹੜਾ ਗੈਸਟ ਹੁੰਦਾ ਉਹ ਵੀ ਵਿਚਾਰਾ ਮੰਗਣ ਦੀ ਜਿਹੜੀ ਹੈਗੀ ਹੈ ਕਿ ਕੋਸ਼ਿਸ਼ ਨਹੀਂ ਕਰਦਾ ਹੈਗਾ। ਉਹਨੂੰ ਵੀ ਲੱਗਦਾ ਜੇ ਮੈਂ ਬੁੱਕ ਮੰਗਾਂਗਾ ਅਤੇ ਇਹਨਾਂ ਨੂੰ ਬੁਰਾ ਲੱਗੇਗਾ, ਇਹ ਆਪਣੀ ਬੁੱਕ ਕਿਉਂ ਦੇਣਗੇ ਮੈਨੂੰ, ਹੈ ਨਾ। ਔਰ ਆਮ ਤੌਰ 'ਤੇ ਆਪਾਂ ਵੇਖਿਆ ਵੀ ਹੈਗਾ ਕਿ ਲੋਕ ਜਿਹੜੀਆਂ ਆਪਣੀ ਲਾਇਬ੍ਰੇਰੀ ਦੇ ਵਿੱਚ ਬੁੱਕਸ ਰੱਖਦੇ ਨੇ ਪਰ ਕਿਸੇ ਦੇ ਨਾਲ ਸ਼ੇਅਰ ਵੀ ਨਹੀਂ ਕਰਦੇ ਹੈਗੇ, ਕਿਉਂਕਿ ਮੋਸਟਲੀ ਜੇ ਕੋਈ ਮੰਗ ਕੇ ਲੈ ਜਾਂਦਾ ਤਾਂ ਮੁੜ ਕੇ ਵਾਪਸ ਵੀ ਨਹੀਂ ਕਰਦਾ। ਚਲੋ ਵਾਪਸ ਨਾ ਵੀ ਕਰੇ ਤਾਂ ਵੀ ਕੋਈ ਗੱਲ ਨਹੀਂ, ਪਰ ਜਦੋਂ ਅਸੀਂ ਫ੍ਰੀ ਦੇ ਵਿੱਚ ਬੁੱਕ ਲੈ ਕੇ ਜਾਂਦੇ ਹੈਗੇ ਆ ਅਤੇ ਅਸੀਂ ਉਹਦੀ ਵੈਲਿਊ ਵੀ ਇੰਨੀ ਜ਼ਿਆਦਾ ਕਾਊਂਟ ਨਹੀਂ ਕਰਦੇ ਅਤੇ ਉਹਨੂੰ ਪੜ੍ਹਦੇ ਵੀ ਨਹੀਂ ਹੈਗੇ। ਅਤੇ ਇਹ ਜ਼ਿਆਦਾ ਮਤਲਬ ਮਾੜਾ ਪਾਰਟ ਹੈਗਾ ਵੀ ਕਿਤਾਬ ਲੈ ਜਾਣੀ ਇੱਕ ਦੀ ਲਾਇਬ੍ਰੇਰੀ ਦੇ ਵਿੱਚੋਂ, ਮੁੜ ਕੇ ਪੜ੍ਹਨੀ ਵੀ ਨਹੀਂ ਅਤੇ ਵਾਪਸ ਵੀ ਨਹੀਂ ਕਰਨੀ ਹੈਗੀ। ਇਹ ਦੁਖਦਾਈ ਜਿਹੜੀ ਹੈ ਚੀਜ਼ ਜ਼ਰੂਰ ਹੁੰਦੀ ਆ। ਤਾਂ ਉਹ ਸਾਰਾ ਕੁਝ ਸੋਚ ਕੇ ਇਹਦਾ ਹੀ ਇੱਕ ਹੱਲ ਕੱਢਿਆ ਹੈਗਾ। ਹੋ ਸਕਦਾ ਤੁਹਾਨੂੰ ਚੰਗਾ ਲੱਗੇ, ਜੇ ਚੰਗਾ ਲੱਗੇਗਾ ਤਾਂ ਜ਼ਰੂਰ ਤੁਸੀਂ ਇਹਦੇ ਵਿੱਚ ਪਾਰਟੀਸਪੇਟ ਕਰਿਓ। ਆਈਡੀਆ ਇਹ ਹੈਗਾ ਕਿ ਜਿਵੇਂ ਸਾਡੇ ਕੋਲ ਕਾਫੀ ਸਾਰੀਆਂ ਬੁੱਕਸ ਹੈਗੀਆਂ ਔਰ ਅੱਛੀਆਂ ਬੁੱਕਸ ਹੈਗੀਆਂ, ਗੁੱਡ ਕੁਆਲਿਟੀ ਦੀਆਂ ਬੁੱਕਸ ਹੈਗੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਮਦਦ ਕਰਦੀਆਂ ਹੈਗੀਆਂ, ਅਤੇ ਉਹ ਬੁੱਕਸ ਜਿਹੜੀਆਂ ਹੈਗੀਆਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਤਿਆਰ ਹੈਗੇ ਹਾਂ। ਅਤੇ ਦੂਸਰੀ ਜਿਹੜੀ ਚੀਜ਼ ਵੱਡੀ ਆਉਂਦੀ ਹੈਗੀ ਹੈ ਚੈਲੰਜ ਵਾਲੀ, ਜੇ ਮੰਨ ਲਓ ਕਿ ਕੋਈ ਬੁੱਕ ਕਿਸੇ ਨੂੰ ਪਤਾ ਵੀ ਲੱਗ ਜਾਏ ਕਿ ਹਾਂ ਵੀ ਆਹ ਬੁੱਕ ਮੈਂ ਪੜ੍ਹਨੀ ਹੈਗੀ, ਤਾਂ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਲਵਾਂਗਾ ਕਿੱਥੋਂ, ਮਿਲਦੀ ਕਿੱਥੋਂ ਹੈਗੀ ਆ। ਮੰਨ ਲਓ ਕਈ ਬੁੱਕਸ ਹੈਗੀਆਂ ਜਿਹੜੀਆਂ ਮਤਲਬ ਪੰਜਾਬੀ ਹਿੰਦੀ 'ਚ ਅਗਰ ਕੋਈ ਪੜ੍ਹਨਾ ਚਾਹੁੰਦਾ ਤਾਂ ਹੋ ਸਕਦਾ ਕਿ ਕੈਨੇਡਾ ਵਾਲੇ ਐਮਾਜ਼ੋਨ 'ਤੇ ਅਵੇਲੇਬਲ ਨਾ ਹੋਵੇ, ਤਾਂ ਉਹਨੂੰ ਇੱਕ ਚੈਲੰਜ ਆਉਂਦਾ ਹੈਗਾ। ਤੀਸਰੀ ਚੀਜ਼ ਆਉਂਦੀ ਹੈ ਕਿ ਲੋਕ ਪੈਸੇ ਨਹੀਂ ਖਰਚਦੇ ਹੈਗੇ ਬੁੱਕਸ ਦੇ ਉੱਤੇ, ਵੀ ਹਾਂ ਵੀ $25-30 ਦੀ ਕੋਈ ਬੁੱਕ ਲਵੇਗਾ ਵਧੀਆ, ਅਤੇ ਉਹ ਕਹੇਗਾ ਛੱਡ ਪਰਾਂ ਕੀ ਕਰਨੀ ਹੈ $30 ਦੀ ਬੁੱਕ, YouTube 'ਤੇ ਸੁਣ ਲਾਂਗੇ ਜਾਂ ਕੁਛ ਹੋਰ ਕਰ ਲਾਂਗੇ, ਹੈ ਨਾ। ਉਹ ਮਤਲਬ ਪੈਸੇ ਵੀ ਇੱਕ ਰਹਿੰਦਾ ਹੈਗਾ ਕਿ ਬੰਦਾ ਨਹੀਂ, ਕਈ ਬੁੱਕਸ ਜਿਹੜੇ ਲੋਕ ਨਹੀਂ ਖਰੀਦਦੇ ਹੈਗੇ ਕਿ ਪੈਸਿਆਂ ਕਰਕੇ ਨਹੀਂ ਖਰੀਦਦੇ ਹੈਗੇ। ਜਾਂ ਮੰਨ ਲਓ 500 ਦੀ ਬੁੱਕ ਵੀ ਹੋਵੇ ਇੰਡੀਆ ਦੇ ਵਿੱਚ, ਇੰਡੀਅਨ ਰੂਪੀਸ ਦੇ ਵਿੱਚ, ਤਾਂ ਵੀ ਕਈ ਵਾਰ ਬੰਦਾ ਸੋਚਦਾ ਛੱਡ ਬੁੱਕ ਤੇ 500 ਦੇ ਵਾਸਤੇ ਲਾਣੇ ਹੈਗੇ ਨੇ। ਸੋ ਇਹ ਚੈਲੰਜ ਨੂੰ ਅਸੀਂ ਐਕਸੈਪਟ ਕਰਦੇ ਹੋਏ ਅਸੀਂ ਇੱਕ ਆਈਡੀਆ ਲੈ ਕੇ ਆਏ ਹੈਗੇ ਕਿ ਸਾਡੇ ਕੋਲ ਬਹੁਤ ਸਾਰੀਆਂ ਅੱਛੀਆਂ ਬੁੱਕਸ ਹੈਗੀਆਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਰੈਡੀ ਹੈਗੀਆਂ, ਪਰ ਉਹਦੇ ਥੋੜ੍ਹੀਆਂ ਜਿਹੀਆਂ ਟਰਮ ਐਂਡ ਕੰਡੀਸ਼ਨ ਰੱਖੀਆਂ ਤਾਂ ਕਿ ਇਹ ਪ੍ਰੋਸੈਸ ਜਿਹੜਾ ਹੈਗਾ ਹਮੇਸ਼ਾ ਵਾਸਤੇ ਚੱਲਦਾ ਰਹੇ ਜਾਂ ਲੌਂਗ ਟਾਈਮ 'ਤੇ ਜਿਹੜਾ ਹੈਗਾ ਚੱਲਦਾ ਰਹੇ। ਤਾਂ ਉਹਦੇ ਵਾਸਤੇ ਅਸੀਂ ਇਹ ਕਿਹਾ ਹੈਗਾ ਕਿ ਅਗਰ ਤੁਸੀਂ ਕੋਈ ਵੀ ਬੁੱਕ ਪੜ੍ਹਨਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਸਾਡੇ ਕੋਲੋਂ ਬੁੱਕ ਲੈ ਸਕਦੇ ਹੋ। ਉਹਦੀ ਕੰਡੀਸ਼ਨ ਇੱਕ ਇਹ ਹੈਗੀ ਹੈ ਕਿ ਅਸੀਂ $1 ਚਾਰਜ ਕਰਾਂਗੇ ਇੱਕ ਵੀਕ ਵਾਸਤੇ, ਠੀਕ ਹੈ। ਅਗਰ ਤੁਸੀਂ ਇੱਕ ਵੀਕ ਕਿਤਾਬ ਰੱਖਦੇ ਹੈਗੇ ਹੋ ਤਾਂ $1 ਹੀ ਸਿਰਫ ਚਾਰਜ ਕਰਾਂਗੇ। 2 ਵੀਕ ਰੱਖਦੇ ਹੋ ਕਿ $2, 4 ਵੀਕ ਰੱਖਦੇ ਹੋ ਤਾਂ $4 ਜਿਹੜੇ ਆਪਾਂ ਚਾਰਜ ਕਰਾਂਗੇ। $20 ਜਿਹੜੀ ਹੈਗੀ ਉਹਦੀ ਸਿਕਿਉਰਿਟੀ ਡਿਪੋਜ਼ਿਟ ਹੁੰਦਾ ਹੈਗਾ ਕਿ ਕਈ ਵਾਰੀ ਲੋਕ ਬੁੱਕ ਗਵਾ ਦਿੰਦੇ ਨੇ, ਜਾਂ ਅੱਗੇ ਪਿੱਛੇ ਹੋ ਜਾਂਦੀ ਹੈ, ਜਾਂ ਮਤਲਬ ਕੇਅਰ ਨਹੀਂ ਕਰਦੇ ਹੈਗੇ ਵੀ ਕੋਈ ਗੱਲ ਨਹੀਂ, ਇਟ ਇਜ਼ ਓਕੇ, ਵੀ ਉਹਨਾਂ ਨੇ ਆਪਣੇ ਕੋਲ ਰੱਖ ਲਈ, ਵੀ ਬੁੱਕ ਵਾਪਸ ਦੇਣ ਹੀ ਨਹੀਂ ਜਾਣਾ। ਉਸ ਹੱਸਲ ਤੋਂ ਬਚਣ ਵਾਸਤੇ ਅਸੀਂ $20 ਜਿਹੜਾ ਹੈਗਾ ਸਿਕਿਉਰਿਟੀ ਡਿਪੋਜ਼ਿਟ ਦੇ ਤੌਰ 'ਤੇ ਰੱਖਾਂਗੇ, ਔਰ ਤੁਹਾਨੂੰ ਬੁੱਕ ਦਿਆਂਗੇ ਪੜ੍ਹਨ ਵਾਸਤੇ। ਤੁਸੀਂ ਜਿੰਨੇ ਵੀ ਵੀਕ ਦੇ ਵਿੱਚ ਬੁੱਕ ਪੜ੍ਹੋਗੇ $19 ਤੁਹਾਡੇ ਕੱਟ ਕੇ, ਮੰਨ ਲਓ ਤੁਸੀਂ 4 ਵੀਕ ਦੇ ਵਿੱਚ ਬੁੱਕ ਪੜ੍ਹੀ ਤਾਂ $4 ਕੱਟ ਕੇ ਅਤੇ ਬਾਕੀ ਤੁਹਾਨੂੰ $16 ਵਾਪਸ ਦੇ ਦਿੱਤੇ ਜਾਣਗੇ। ਉਹ ਜਿਹੜੇ $4 ਅਸੀਂ ਤੁਹਾਡੇ ਕੋਲ ਚਾਰਜ ਕਰਨੇ ਨੇ ਜਾਂ $2 ਚਾਰਜ ਕਰਨੇ ਨੇ, ਅਗਰ ਤੁਸੀਂ 2 ਵੀਕਾਂ ਦੇ ਵਿੱਚ ਕਿਤਾਬ ਪੜ੍ਹਦੇ ਹੋ,
ਉਹ ਸਾਡਾ ਕੋਈ ਬਿਜ਼ਨਸ ਨਹੀਂ ਹੋਏਗਾ। ਜਿੰਨੇ ਵੀ ਤੁਸੀਂ ਉਹ ਪੈਸੇ ਸਾਨੂੰ ਇੱਦਾਂ ਰੈਂਟ ਲਈ ਜਿਹੜੀ ਹੈਗੀ ਇਨਕਮ ਆਉਂਦੀ ਹੈਗੀ ਆ, ਅਤੇ ਉਹ ਉਨੀਆਂ ਕਿਤਾਬਾਂ ਅਸੀਂ ਹੋਰ ਪਰਚੇਜ਼ ਕਰ ਲਾਂਗੇ। ਵੀ ਮਤਲਬ ਜਿੰਨੀਆਂ ਵੀ, ਜੇ ਮੰਨ ਲਓ $100 ਇਕੱਠਾ ਹੋਇਆ ਤਾਂ $100 ਦੀਆਂ ਹੋਰ ਬੁੱਕਸ ਜਿਹੜੀਆਂ ਮੰਗਵਾ ਲਾਂਗੇ, ਤਾਂ ਕਿ ਹੋਰ ਲੋਕਾਂ ਤੱਕ ਜਿਹੜੀਆਂ ਉਹ ਬੁੱਕਸ ਪਹੁੰਚ ਸਕਣ। ਕਿਉਂਕਿ ਜੇ ਅਸੀਂ ਇਸ ਤਰ੍ਹਾਂ ਬੁੱਕ ਕਿਸੇ ਨੂੰ ਦਿਆਂਗੇ ਰੈਂਟ ਦੇ ਉੱਤੇ, ਤਾਂ ਸਾਨੂੰ ਹੋਰ ਵੀ ਜ਼ਿਆਦੀਆਂ ਬੁੱਕਸ ਮੰਗਵਾਉਣੇ ਪੈਣਗੀਆਂ। ਤੋ ਵੀ ਆਰ ਰੈਡੀ ਟੂ ਇਨਵੈਸਟ ਸਮ ਮੋਰ ਮਨੀ ਇਨ ਦੈਟ। ਅਤੇ ਇਹ ਸਾਡਾ ਕੋਈ ਬਿਜ਼ਨਸ ਨਹੀਂ ਹੈਗਾ ਕਿ ਜਿਹੜਾ ਕਿ ਅਸੀਂ ਤੁਹਾਡੇ ਕੋਲ ਕੋਈ ਰੈਂਟਲ ਇਨਕਮ ਲੈ ਕੇ ਕੋਈ ਆਪਣਾ ਕੋਈ ਘਰ ਤੋਰਨਾ ਹੈਗਾ। ਜਸਟ ਟੂ ਇਨਕਰੇਜ ਦਾ ਪੀਪਲ ਕਿ ਪੜ੍ਹੋ, ਛੇਤੀ ਪੜ੍ਹੋ, ਠੀਕ ਹੈ। ਇੱਕ ਇਹ ਉਹਦੇ ਵਿੱਚ ਹੋ ਜਾਂਦਾ। ਦੂਸਰਾ ਇਹ ਹੋਏਗਾ ਕਿ ਸਾਨੂੰ ਫਿਕਰ ਨਹੀਂ ਹੋਏਗਾ ਕਿ ਕਿਤਾਬ ਵਾਪਸ ਆਏਗੀ ਕਿ ਨਹੀਂ ਆਏਗੀ। ਤੋ ਜਿੱਥੇ ਆਪਾਂ ਬੁੱਕਸ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਬੁੱਕਸ ਹੈਗੀਆਂ, ਜਿਵੇਂ ਮੈਂ ਪਿਛਲੇ ਹਫਤੇ ਹੀ ਦੱਸਿਆ ਸੀ ਤੁਹਾਨੂੰ ਕਿ 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ ਜਿਹੜੇ ਹੈਗੇ ਆ, ਇਹ ਵੀ ਕਿਤਾਬ ਹੈਗੀ ਆ। ਇਹਦੀ ਪੰਜਾਬੀ ਦੇ ਵਿੱਚ ਵੀ ਹੈਗੀ ਆ, ਕਿਉਂਕਿ ਬਹੁਤ ਘੱਟ, ਬੜੀ ਮੁਸ਼ਕਿਲ ਨਾਲ ਮੈਂ ਆਪ ਇਹ ਕਿਤਾਬ ਜਿਹੜੀ ਹੈਗੀ ਲਈ ਇੰਡੀਆ ਦੇ ਮੰਗਵਾਈ ਸੀ। ਅਤ ਪ੍ਰਭਾਵਕਾਰੀ ਲੋਕਾਂ ਦੀਆਂ 7 ਆਦਤਾਂ। ਇਸੇ ਤਰ੍ਹਾਂ ਜਿਹੜੀਆਂ ਹੈਗੀਆਂ ਕਿ ਸ਼ਿਵ ਕੁਮਾਰ ਦੀ ਜਿਹੜੀ ਹੈ ਸਮੁੱਚੀ ਕਵਿਤਾ, ਇਹ ਬਹੁਤ ਵਧੀਆ ਬੁੱਕ ਹੈਗੀ। ਅਗਰ ਕੋਈ ਸ਼ਿਵ ਕੁਮਾਰ ਦੀ ਪੜ੍ਹਨਾ ਚਾਹੁੰਦਾ ਹੈਗਾ ਕਵਿਤਾਵਾਂ, ਤਾਂ ਬਹੁਤ ਵਧੀਆ ਜਿਹੜੀ ਹੈ ਬੁੱਕ ਹੈ, ਕਲਰਫੁਲ ਬੁੱਕ ਹੈਗੀ ਆ। ਤੋ ਇਹ ਵੀ ਅਵੇਲੇਬਲ ਹੈਗੀ ਆ। ਇਸੇ ਤਰ੍ਹਾਂ ਜਿੱਤ ਤੁਹਾਡੀ, ਜਿਹੜੀ ਕਿ ਯੂ ਕੈਨ ਵਿਨ ਦੀ ਜਿਹੜੀ ਪੰਜਾਬੀ ਟਰਾਂਸਲੇਸ਼ਨ ਹੈਗੀ ਆ ਸ਼ਿਵ ਖੇੜਾ ਦੀ ਹੈਗੀ ਆ। ਉਹ ਸ਼ਿਵ ਕੁਮਾਰ ਸੀ, ਇਹ ਸ਼ਿਵ ਖੇੜਾ ਹੈਗੇ ਨੇ। ਇਸੇ ਤਰ੍ਹਾਂ ਸਟਾਰਟ ਵਿਦ ਵਾਈ, ਠੀਕ ਹੈ। ਇਹ ਬੁੱਕ ਬਹੁਤ ਹੀ ਮਤਲਬ ਲੋਕ ਰਿਕਮੈਂਡ ਕਰਦੇ ਹੈਗੇ ਨੇ ਜ਼ਿੰਦਗੀ ਦੇ ਵਿੱਚ ਸਫਲ ਹੋਣ ਵਾਸਤੇ। ਇਸੇ ਤਰ੍ਹਾਂ ਦਾ ਮੈਜਿਕ ਆਫ ਥਿੰਕਿੰਗ ਬਿਗ, ਇੱਕ ਸਭ ਤੋਂ ਜਿਹੜੀ ਬੇਸ ਮੰਨਿਆ ਜਾਂਦਾ ਹੈਗਾ ਵੀ ਸਾਰੀਆਂ ਮੋਟੀਵੇਸ਼ਨਲ ਕਿਤਾਬਾਂ ਦਾ, ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ। ਇਹ ਮਾਰਕੀਟਿੰਗ ਵਾਸਤੇ ਜਾਂ ਵੈਸੇ ਵੀ ਆਪਣੀ ਜ਼ਿੰਦਗੀ ਨੂੰ ਵਧੀਆ, ਆਪਣੇ ਰਿਲੇਸ਼ਨਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਕਿ ਬਿਹੇਵ ਕਰ ਸਕਦੇ ਹੋ, ਇਹ ਬੁੱਕ ਬਹੁਤ ਹੈਲਪਫੁਲ ਹੈਗੀ ਆ। ਤੋ ਇਸੇ ਤਰ੍ਹਾਂ ਨਰਿੰਦਰ ਸਿੰਘ ਕਪੂਰ ਦੀਆਂ ਕਾਫੀ ਸਾਰੇ ਸਾਡੇ ਕੋਲ ਕਿਤਾਬਾਂ ਹੈਗੀਆਂ, ਵਿੱਚ ਮੈਂ ਕੁਛ ਕੁ 94 ਤੁਹਾਨੂੰ ਬੁੱਕਸ ਦਿਖਾ ਰਿਹਾ ਹੈਗਾ। ਖਿੜਕੀਆਂ, ਇਹ ਬਹੁਤ ਵਧੀਆ, ਛੋਟੀਆਂ ਛੋਟੀਆਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਆਰਟੀਕਲ ਨੇ, ਜਾਂ ਤੁਸੀਂ ਇਹ ਕਹਿ ਲਓ ਕਿ ਲੇਖ ਨੇ, ਬੜੇ ਛੋਟੇ ਛੋਟੇ ਹੈਗੇ ਨੇ, ਅੱਧੇ ਪੇਜ 'ਤੇ ਜਿਹੜੀਆਂ ਸਿੱਖਿਆਦਾਇਕ ਬਹੁਤ ਸਾਰੀਆਂ ਇਹਦੇ ਵਿੱਚ ਚੀਜ਼ਾਂ ਹੈਗੀਆਂ। ਇਸੇ ਤਰ੍ਹਾਂ ਆਟੋਗ੍ਰਾਫੀ ਆਫ ਇਹ ਯੋਗੀ, ਇਹ ਮੈਂ ਹੁਣ ਇੰਡੀਆ ਤੋਂ ਲੈ ਕੇ ਆਇਆ ਸੀ, ਬਹੁਤ ਵਧੀਆ ਬੁੱਕ ਹੈਗੀ ਆ। ਦਾ 4 ਆਵਰ ਵਰਕ ਵੀਕ, ਤੁਸੀਂ ਇੱਕ ਹਫ਼ਤੇ ਦੇ ਵਿੱਚ ਸਿਰਫ 4 ਘੰਟੇ ਕੰਮ ਕਰਕੇ ਕਿੱਦਾਂ ਜ਼ਿੰਦਗੀ ਦੇ ਵਿੱਚ ਰਿਚ ਹੋ ਸਕਦੇ ਹੋ, ਕਾਮਯਾਬ ਹੋ ਸਕਦੇ ਹੋ, ਉਹਦੇ ਬਾਰੇ ਬਹੁਤ ਹੀ ਰਿਕਮੈਂਡੇਬਲ ਬੁੱਕ ਹੈਗੀ ਆ। ਇੱਕ ਇਹ ਬੁੱਕ ਬਹੁਤ ਰੇਅਰ ਬੁੱਕ ਹੈਗੀ ਆ, ਇਹ ਵੀ ਬੜੀ ਮੁਸ਼ਕਿਲ ਲੱਭੀ ਸੀ, ਵੀ ਗੈਟਿੰਗ ਟੂ ਯੈਸ। ਇਹ ਮਤਲਬ ਬਹੁਤ ਹੀ ਇੰਪੋਰਟੈਂਟ ਬੁੱਕ ਹੈਗੀ, ਖਾਸ ਕਰਕੇ ਮਾਰਕੀਟਿੰਗ ਲੋਕਾਂ ਵਾਸਤੇ ਜਾਂ ਪੋਲੀਟੀਸ਼ੀਅਨਸ ਵਾਸਤੇ ਬਹੁਤ ਵਧੀਆ ਬੁੱਕ ਹੈਗੀ ਆ। ਇਹ ਇੰਡੀਆ ਦੇ ਅਮਰੀਕਾ ਦੇ ਜਿਹੜੇ ਮਤਲਬ ਸੀਕਰੇਟ ਏਜੰਟ ਹੈਗੇ ਨੇ, ਉਹਨਾਂ ਦੇ ਵੱਲੋਂ ਇਹ ਲਿਖੀ ਗਈ ਬੁੱਕ ਹੈਗੀ ਆ, ਬਹੁਤ ਵਧੀਆ ਹੈਗੀ ਆ। ਇਸ ਤਰ੍ਹਾਂ ਇੱਕ ਬੜੀ ਮਸ਼ਹੂਰ ਕਿਤਾਬ ਹੈਗੀ ਹੈ ਰਸ਼ੀਆ ਦੀ, 10 ਦਿਨ ਜਿਨ੍ਹਾਂ ਦੁਨੀਆ ਹਿਲਾ ਦਿੱਤੀ। ਇਹ ਵੀ ਕਿਤਾਬ ਤੁਸੀਂ ਜਿਹੜੀ ਹੈਗੀ ਹੈ ਲੈ ਸਕਦੇ ਹੈਗੇ ਹੋ। ਗਿਆਨੀ ਗੁਰਦਿੱਤ ਸਿੰਘ ਦਾ ਮੇਰਾ ਪਿੰਡ, ਇਹ ਮਤਲਬ ਨਾਵਲ ਹੈਗਾ, ਇਹ ਬਹੁਤ ਵਧੀਆ, ਔਰ ਜਿਹੜੇ ਵੀ ਪੰਜਾਬੀ ਸਾਹਿਤ ਨੂੰ ਪੜ੍ਹਦੇ ਉਹਨਾਂ ਨੂੰ ਪਤਾ ਕਿ ਇਹ ਬੜੀ ਫੇਮਸ ਬੁੱਕ ਹੈਗੀ ਮੇਰਾ ਪਿੰਡ, ਗਿਆਨੀ ਗੁਰਦਿੱਤ ਸਿੰਘ ਉਹਨਾਂ ਦਾ ਲਿਖਿਆ। ਇਸੇ ਤਰ੍ਹਾਂ ਖੁਸ਼ਵੰਤ ਸਿੰਘ ਜਿਹੜੇ ਕਿ ਮਸ਼ਹੂਰ ਰਾਈਟਰ ਹੋਏ ਨੇ, ਉਹਨਾਂ ਦਾ ਹਿਸਟਰੀ ਆਫ ਸਿੱਖਸ ਦੇ ਨਾਲ ਤੇ ਬੁੱਕਸ ਜਿਹੜੀਆਂ ਕਾਫੀ ਸਾਰੀਆਂ ਸਾਡੇ ਕੋਲ ਹੈਗੀਆਂ। ਸਾਧੂ ਸਿੰਘ ਧਾਮੀ ਹੋਰਾਂ ਦਾ ਲਿਖਿਆ ਹੋਇਆ ਨਾਵਲ ਮਲੂਕਾ ਹੈਗਾ, ਇਹ ਵੀ ਬਹੁਤ ਮੁਸ਼ਕਿਲ ਮਿਲਦਾ ਹੈਗਾ, ਬਹੁਤ ਫੇਮਸ ਹੈਗਾ। ਅੱਜ ਤੋਂ ਸਦੀ ਪਹਿਲਾਂ ਜਿਹੜਾ ਹੈਗਾ ਕਿ ਲੋਕਾਂ ਨੇ ਇੱਥੇ ਆ ਕੇ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਇੱਥੇ ਪੈਰ ਜਮਾਏ, ਜਿਨ੍ਹਾਂ ਨੂੰ ਅਸੀਂ ਅੱਜ ਇੰਜੋਏ ਕਰ ਰਹੇ ਹਾਂ। ਇਹ ਨਾਵਲ ਬਹੁਤ ਪੜ੍ਹਨਾ ਜ਼ਰੂਰੀ ਹੈਗਾ ਹਰ ਇੱਕ ਇਮੀਗਰੈਂਟ ਵਾਸਤੇ। ਸੋ ਇਸੇ ਤਰ੍ਹਾਂ ਇਹ ਸੁਖਦਿਆਲ ਸਿੰਘ ਹੋਰਾਂ ਦੇ ਪੰਜਾਬ ਆਦਿ ਕਾਲ ਤੋਂ ਆਧੁਨਿਕ ਕਾਲ ਤੱਕ, ਇਹ ਇੱਕ ਸੰਗ੍ਰਹਿ ਹੈਗਾ ਇਹਨਾਂ ਦਾ ਬੁੱਕਸ ਦਾ, ਪੰਜਾਬ। ਇਹ 3 ਮਤਲਬ ਜਿਲਦਾਂ ਹੈਗੀਆਂ, ਪਾਰਟ 1 ਹੈ, ਪਾਰਟ 2 ਹੈ, ਅਤੇ ਇਸੇ ਤਰ੍ਹਾਂ ਇਹ ਪਾਰਟ 3 ਹੈਗਾ। ਪੰਜਾਬ ਬਾਰੇ ਅਗਰ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਬਹੁਤ ਵਧੀਆ ਇੱਕ ਸਮੂਹ ਹੈਗਾ। 50 ਇੰਸਪਾਇਰੇਸ਼ਨਲ ਸਪੀਚਿਸ, ਮਤਲਬ 50 ਲੈਕਚਰ ਜਿਹੜੇ ਤੁਹਾਨੂੰ ਇੰਸਪਾਇਰ ਕਰਦੇ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਵਾਸਤੇ, ਇਹ ਵੀ ਬੁੱਕ ਹੈਗੀ ਆ।
ਇਸੇ ਤਰ੍ਹਾਂ ਸਾਡੇ ਕੈਲਗਰੀ ਦੇ ਮਸ਼ਹੂਰ ਹਰਨਰੈਣ ਸਿੰਘ ਹੋਣੀ, ਜਿਨ੍ਹਾਂ ਨੇ ਕਿ ਪੰਜਾਬੀ ਦੇ ਵਿੱਚ ਪਹਿਲੀ ਵਾਰੀ ਆਈਸ ਹਾਕੀ ਦੀ ਜਿਹੜੀ ਕਮੈਂਟਰੀ ਕਰਨੀ ਸ਼ੁਰੂ ਕੀਤੀ। ਬੜਾ ਇਹਨਾਂ ਨੇ ਨਾਂ ਚਮਕਾਇਆ, ਪੰਜਾਬੀਆਂ ਦਾ ਵੀ ਆ, ਸਿੱਖਾਂ ਦਾ ਵੀ, ਔਰ ਸਾਰੀ ਕਮਿਊਨਿਟੀ ਦਾ। ਇਹਨਾਂ ਨੇ ਬੁੱਕ ਲਿਖੀ ਹੋਈ ਹੈਗੀ ਆ ਆਈਸ ਹਾਕੀ ਦੀ ਕਮੈਂਟਰੀ ਜਾਂ ਉਹਦੇ ਨੂੰ ਲੈ ਕੇ ਸਾਰਾ ਕੁਝ। ਤੇ ਇਹ ਬੁੱਕ ਵੀ ਤੁਸੀਂ ਜਿਹੜੀ ਹੈਗੀ ਪੜ੍ਹ ਸਕਦੇ ਹੈਗੇ ਹੋ ਲੈ ਕੇ। ਸਭ ਤੋਂ ਇੰਪੋਰਟੈਂਟ ਚੀਜ਼, ਜਿਹੜੇ ਲੋਕੀ ਕੈਨੇਡਾ ਦੇ ਵਿੱਚ ਰਹਿੰਦੇ ਨੇ, ਇਹ ਛੋਟੀਆਂ ਛੋਟੀਆਂ ਬੁੱਕਸ ਹੈਗੀਆਂ, ਹਰ ਇੱਕ ਪ੍ਰੋਵਿੰਸ ਦੇ ਨਾਲ ਰਿਲੇਟਡ ਹੈਗੀ ਹੈ। ਜਿਵੇਂ ਬ੍ਰਿਟਿਸ਼ ਕੋਲੰਬੀਆ ਦੇ ਨਾਲ ਰਿਲੇਟਡ ਹੈਗੀ ਆ, ਇਹ ਮੈਨੀਟੋਬਾ ਦੇ ਬਾਰੇ ਇਹਦੇ 'ਚ ਜਾਣਕਾਰੀ ਦਿੱਤੀ ਹੈਗੀ ਆ, ਨਿਊ ਫਾਊਂਡਲੈਂਡ ਬਾਰੇ ਜਾਣਕਾਰੀ ਦਿੱਤੀ ਹੈਗੀ ਆ, ਨਿਊ ਬ੍ਰੁੰਸਵਿਕ ਬਾਰੇ। ਇਹ ਸਾਰੇ ਮਤਲਬ ਜਿਹੜੇ ਸੂਬੇ ਹੈਗੇ ਨੇ, ਮੈਂ ਵੀ 10 ਸੂਬੇ ਨੇ, 3 ਜਿਹੜੀਆਂ ਹੈਗੀਆਂ ਕਿ ਟੈਰੀਟਰੀਜ਼ ਹੈਗੀਆਂ, ਉਹਨਾਂ ਸਾਰਿਆਂ ਦੇ ਬਾਰੇ ਜਿਹੜੀ ਹੈਗੀ ਹੈ ਇਹ ਬੁੱਕ ਦੇ ਵਿੱਚ ਹਰ ਇੱਕ ਦੀ ਮਤਲਬ ਅਲੱਗ-ਅਲੱਗ ਆਪਣੀ ਜਿਹੜੀ ਹੈ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਵੀ ਹਰ ਇੱਕ ਸੂਬੇ ਬਾਰੇ ਜਾਣਕਾਰੀ ਦਿੱਤੀ ਹੈ। ਸਾਰੀਆਂ ਮਤਲਬ 13 ਦੀਆਂ 13 ਬੁੱਕਸ ਅਵੇਲੇਬਲ ਹੈਗੀਆਂ। ਅਲਬਰਟਾ ਦੀ ਬੁੱਕ ਜਿਹੜੀ ਹੈ ਇਹ ਵੀ ਹੈਗੀ ਆ। ਅਤੇ ਰੋਬਨ ਸ਼ਰਮਾ ਦੀ ਦ ਮੌਂਕ ਹੂ ਸੋਲਡ ਹਿਜ਼ ਫਰਾਰੀ, ਇਹ ਬਹੁਤ ਵਰਲਡ ਫੇਮਸ ਬੁੱਕ ਹੈਗੀ ਆ। ਅਤੇ ਮਿਲੀਅਨਸ ਜਿਹੜੀਆਂ ਹੈਗੀਆਂ, 15 ਮਿਲੀਅਨ ਬੁੱਕਸ ਜਿਹੜੀਆਂ ਹੈਗੀਆਂ ਵਿਕ ਚੁੱਕੀਆਂ। ਜੇ ਤੁਸੀਂ ਨਹੀਂ ਪੜ੍ਹੀ ਹੈ ਤਾਂ ਮਤਲਬ ਯੂ ਆਰ ਮਿਸਿੰਗ ਸਮਥਿੰਗ। ਅਤੇ ਇਸੇ ਤਰ੍ਹਾਂ ਇਹ ਗੀਤਾ ਹੈਗੀ ਆ, ਹਿੰਦੀ ਦੇ ਵਿੱਚ ਗੀਤਾ ਹੈਗੀ, ਅਗਰ ਕੋਈ ਪੜ੍ਹਨਾ ਚਾਹੁੰਦਾ ਹੈਗਾ ਤਾਂ ਇਹ ਵੀ ਪੜ੍ਹ ਸਕਦਾ ਹੈਗਾ। ਪੰਜਾਬੀ ਦੇ ਵਿੱਚ ਬਾਈਬਲ ਹੈਗੀ ਆ, ਇਹ ਵੀ ਤੁਸੀਂ ਪੜ੍ਹ ਸਕਦੇ ਹੋ, ਕਿਉਂਕਿ ਹਰ ਇੱਕ ਧਰਮ ਨੂੰ ਜਾਣਨਾ ਬਹੁਤ ਜ਼ਰੂਰੀ ਹੈਗਾ। ਅਗਰ ਅਸੀਂ ਇੱਥੇ ਮਤਲਬ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਹਾਂ, ਵਧੀਆ ਮਾਹੌਲ ਦੇ ਵਿੱਚ ਰਹਿਣਾ ਚਾਹੁੰਦੇ, ਦੂਸਰਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਧਰਮ ਨੂੰ ਕਿਵੇਂ ਸਮਝੀਏ, ਇਹ ਵੀ ਇੱਕ ਥੋੜ੍ਹੀ ਜਿਹੀ ਭੁਪਿੰਦਰ ਸਿੰਘ ਧਾਲੀਵਾਲ ਹੋਣਾ ਦੀ ਅਲੱਗ ਟਾਈਪ ਦੀ ਇੱਕ ਬੁੱਕ ਹੈਗੀ ਆ। ਸ਼ੁਰੂ ਤੋਂ ਧਰਮ ਜਿਹੜਾ ਹੈ ਕਿਸ ਤਰ੍ਹਾਂ ਚੱਲ ਰਿਹਾ, ਧਰਮ ਮਤਲਬ ਜਿਹੜਾ ਇੱਥੇ ਕਹਿ ਲਓ ਕਿ ਇੱਕ ਪ੍ਰੈਕਟਿਸ ਹੁੰਦੀ ਹੈਗੀ ਧਰਮ ਦੇ ਨਾਂ ਦੇ ਉੱਤੇ, ਉਹ ਕਿਸ ਤਰ੍ਹਾਂ ਦੁਨੀਆ ਦੇ ਉੱਤੇ ਚੱਲਦੀ ਹੈ, ਉਹ ਵੀ ਇਹ ਬੁੱਕ ਹੈਗੀ ਆ। ਤੋ ਇਹ ਜਪਜੀ ਸਾਹਿਬ 'ਤੇ ਇੱਕ ਇੰਗਲਿਸ਼, ਅਗਰ ਇੰਗਲਿਸ਼ ਵਿੱਚ ਬੱਚੇ ਪੜ੍ਹਨਾ ਚਾਹੁੰਦੇ ਨੇ, ਜਪਜੀ ਸਾਹਿਬ ਨੂੰ ਸਮਝਣਾ ਚਾਹੁੰਦੇ ਨੇ, ਅਤੇ ਉਹ ਇਹ ਬੁੱਕ ਪੜ੍ਹ ਸਕਦੇ ਹੈਗੇ। ਇਸੇ ਤਰ੍ਹਾਂ ਇੱਕ ਓਂਕਾਰ ਸਤਿਨਾਮ, ਇਹ ਜਿਹੜੀ ਬੁੱਕ ਹੈਗੀ ਆ ਓਸ਼ੋ ਰਜਨੀਸ਼ ਦੀ, ਇਹ ਬਹੁਤ ਮਤਲਬ ਵਰਲਡ ਫੇਮਸ ਹੈਗੀ ਇਹਨਾਂ ਦੀ ਐਕਸਪਲੇਨੇਸ਼ਨ, ਜਾਂ ਇਹਨਾਂ ਨੇ ਜੋ ਜਪਜੀ ਸਾਹਿਬ ਬਾਰੇ ਵਿਆਖਿਆ ਕੀਤੀ ਹੈਗੀ ਆ ਉਹਦੇ ਵਿੱਚ ਹੈਗੀ ਆ। ਸੋ ਇਸੇ ਤਰ੍ਹਾਂ ਵੱਡੀ ਸੋਚ ਦਾ ਵੱਡਾ ਜਾਦੂ, ਜਿਹੜੀ ਮੈਂ ਕਿਹਾ ਦ ਪਾਵਰ ਆਫ ਥਿੰਕਿੰਗ ਬਿਗ, ਦ ਮੈਜਿਕ ਆਫ ਥਿੰਕਿੰਗ ਬਿਗ ਦੀ ਜਿਹੜੀ ਹੈ ਪੰਜਾਬੀ ਟਰਾਂਸਲੇਸ਼ਨ ਹੈਗੀ ਆ, ਉਹ ਪੰਜਾਬੀ ਵਾਲੀ ਵੀ ਬੁੱਕ ਸਾਡੇ ਕੋਲ ਹੈਗੀ ਹੈ। ਨਰਿੰਦਰ ਕਪੂਰ ਦੀਆਂ ਰੌਸ਼ਨੀਆਂ, ਇਹ ਵੀ ਇੱਕ ਫੇਮਸ ਬੁੱਕ ਹੈਗੀ ਆ, ਅਤੇ ਇਹ ਵੀ ਵਧੀਆ ਹੈਗੀ ਆ। ਕੁਛ ਜਿਵੇਂ ਹੋਰ ਵੀ ਹੈਗੀਆਂ ਐਕਸਕਲੂਸਿਵ ਬੁੱਕਸ ਹੈਗੀਆਂ, ਜਿਵੇਂ ਰਾਗ ਰਤਨ ਹੈਗੀ ਆ। ਇਹ ਬਹੁਤਾ ਪੜ੍ਹਨ ਦੀ ਬਜਾਏ ਜਿਹੜਾ ਹੈਗਾ ਕਿ ਤੁਸੀਂ ਇਹਨੂੰ ਵੇਖਣ ਵਾਸਤੇ, ਇਹ ਰੇਅਰ ਬੁੱਕਸ ਹੁੰਦੀਆਂ ਹੈਗੀਆਂ। ਜਿਵੇਂ ਦਰਬਾਰ ਸਾਹਿਬ ਦੇ ਵਿੱਚ ਹਰ ਇੱਕ ਜਿਹੜਾ ਰਾਗ ਦੇ ਹਿਸਾਬ ਨਾਲ ਕੀਰਤਨ ਹੁੰਦਾ ਹੈਗਾ, ਅਤੇ ਉਹ ਜਿਹੜਾ ਹੈਗਾ ਰਾਗ, ਉਹਦਾ ਕੀ ਮਹੱਤਵ ਹੈਗਾ, ਤਾਂ ਉਸੇ ਤਰ੍ਹਾਂ ਦੀਆਂ ਫੋਟੋਆਂ ਜਿਹੜੀਆਂ ਹੈਗੀਆਂ ਰਾਗਾਂ ਦੇ ਹਿਸਾਬ ਨਾਲ ਜਿਹੜੀਆਂ ਇਹਦੇ ਵਿੱਚ ਲਗਾਈਆਂ ਗਈਆਂ ਹੈਗੀਆਂ। ਜਦੋਂ ਮਤਲਬ ਦਰਬਾਰ ਸਾਹਿਬ ਦੇ ਵਿੱਚ ਉਹ ਵੇਲਾ ਹੁੰਦਾ ਤਾਂ ਉਹ ਵਾਲੀਆਂ ਜਿਹੜੀਆਂ ਇਹਦੇ 'ਚ ਲਗਾਈਆਂ। ਇਹ ਵੀ ਤੁਸੀਂ ਲਿਜਾ ਕੇ ਜਿਹਨਾਂ ਨੂੰ ਰਾਗਾਂ ਦੇ ਪ੍ਰਤੀ ਜਾਣਨ ਦਾ ਇੰਟਰਸਟ ਹੈਗਾ, ਉਹ ਵੀ ਕਿਤਾਬ ਵੀ ਲੈ ਸਕਦੇ ਹੈਗੇ ਨੇ। ਇਸੇ ਤਰ੍ਹਾਂ ਇਹ ਇੱਥੇ ਕੈਨੇਡਾ ਦੀ ਇੱਕ ਛਪੀ ਹੋਈ ਬੁੱਕ ਹੈਗੀ ਆ 100 Years Journey, ਵੀ 100 ਸਾਲ ਪਹਿਲਾਂ ਜਦੋਂ ਇੱਥੇ ਪੰਜਾਬੀ ਆਏ ਸੀ ਅਤੇ ਉਹਨਾਂ ਨੇ ਕਿਸ ਤਰ੍ਹਾਂ ਜਿਹੜਾ ਹੈਗਾ ਇੱਥੇ ਐਸਟੈਬਲਿਸ਼ ਹੋਏ, ਆਪਣੇ ਆਪ ਨੂੰ ਕਿਸ ਤਰ੍ਹਾਂ ਉਹਨਾਂ ਨੇ ਸਾਹਮਣਾ ਕੀਤਾ। ਇਹ ਕਾਫੀ ਵਧੀਆ ਹੈਗੀ ਬੁੱਕ। ਕਾਫੀ ਸਾਰੀਆਂ ਜਿਹੜੇ ਹੈਗੇ ਲੋਕਾਂ ਦੇ ਬਾਰੇ ਇਹਦੇ ਵਿੱਚ ਜਾਣਕਾਰੀ ਜਿਹੜੀ ਹੈ ਛਾਪੀ ਹੋਈ ਹੈਗੀ ਹੈ, ਪੁਰਾਣੇ ਬੰਦਿਆਂ ਦੀ, ਵੀ ਕਿਹੜਾ ਬੰਦਾ ਕੌਣ ਸੀ ਅਤੇ ਕਿਸ ਤਰ੍ਹਾਂ ਹੋਏ ਇੱਥੇ ਕਾਮਯਾਬ ਹੋਏ। ਤੋ ਇਸ ਤਰ੍ਹਾਂ ਦੀਆਂ ਮਤਲਬ ਹੋਰ ਵੀ ਬਹੁਤ ਸਾਰੀਆਂ ਦਰਜਨਾਂ ਹੀ ਕਿਤਾਬਾਂ ਹੈਗੀਆਂ ਜਿਹੜੀਆਂ ਕਿ ਸਾਡੇ ਕੋਲ ਲੈ ਕੇ ਤੁਸੀਂ ਪੜ੍ਹ ਸਕਦੇ ਹੈਗੇ ਹੋ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਿਰਫ $1 ਜਿਹੜਾ 1 ਵੀਕ ਦਾ ਇਹਦਾ ਰੈਂਟ ਹੈਗਾ, ਔਰ $20 ਜਿਹੜੀ ਹੈਗੀ ਹੈ ਇਹਦੀ ਸਿਕਿਉਰਿਟੀ ਤੁਹਾਨੂੰ ਜਮ੍ਹਾਂ ਕਰਵਾਉਣੀ ਪਏਗੀ। ਅਗਰ ਅੱਛਾ ਰਿਸਪੌਂਸ ਆਉਂਦਾ ਹੈਗਾ ਅਤੇ ਅਸੀਂ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਸਰਵਿਸ ਸ਼ੁਰੂ ਕਰਨ ਬਾਰੇ ਸੋਚ ਸਕਦੇ ਹੈਗੇ ਹਾਂ, ਖਾਸ ਕਰਕੇ ਇੰਡੀਆ ਦੇ ਵਿੱਚ, ਕਿਉਂਕਿ ਸਾਡਾ ਮੇਨ ਮਕਸਦ ਇਹ ਹੈਗਾ ਕਿ ਲੋਕ ਕਿਤਾਬਾਂ ਪੜ੍ਹਨਗੇ ਤਾਂ ਉਹਨਾਂ ਕੋਲ ਚੰਗੀ ਜਾਣਕਾਰੀ ਹੋਏਗੀ, ਪੋਜ਼ੀਟਿਵ ਥਿੰਕਿੰਗ ਹੋਏਗੀ, ਅਤੇ ਜਿਹਦੇ ਨਾਲ ਵਧੀਆ ਸਮਾਜ ਦੀ ਜਿਹੜੀ ਆ ਉਹ ਰਚਨਾ ਹੋਏਗੀ। ਰੈਂਟਲ ਜਿਹੜੀ ਵੀ ਇਨਕਮ ਰੈਂਟਲ ਦੀ ਆਏਗੀ, ਜਿਵੇਂ ਮੈਂ ਕਿਹਾ ਕਿ ਉਹ ਸਾਡੀ ਇਨਕਮ ਨਹੀਂ ਹੋਏਗੀ, ਉਹਦੇ ਵਾਸਤੇ ਅਸੀਂ ਉਸੇ ਇਨਕਮ ਦੀ ਜਿਹੜੇ ਅਸੀਂ ਹੋਰ ਕਿਤਾਬਾਂ ਜਿਹੜੀਆਂ ਖਰੀਦ ਸਕਾਂਗੇ। ਅਗਰ ਤੁਸੀਂ ਵੈਸੇ ਵੀ ਕੰਟਰੀਬਿਊਟ ਕਰਨਾ ਚਾਹੋ ਇਸ ਕਾਰਜ ਦੇ ਵਿੱਚ, ਅਗਰ ਤੁਸੀਂ ਸਾਨੂੰ ਕੁਝ ਕਿਤਾਬਾਂ ਡੋਨੇਟ ਕਰਨਾ ਚਾਹੋ ਤਾਂ ਤੁਸੀਂ ਸਾਨੂੰ ਕਿਤਾਬਾਂ ਡੋਨੇਟ ਵੀ ਕਰ ਸਕਦੇ ਹੈਗੇ ਹੋ, ਤਾਂ ਕਿ ਇਸ ਜਿਹੜੀ ਹੈਗੀ ਵਹਿੰਦੀ ਗੰਗਾ ਦੇ ਵਿੱਚ ਹੋਰ ਤੁਸੀਂ ਵੀ ਜਿਹੜਾ ਯੋਗਦਾਨ ਪਾ ਸਕੋ। ਆਸ ਹੈ ਕਿ ਤੁਸੀਂ ਇਸ ਨੂੰ ਜ਼ਰੂਰ ਸਪੋਰਟ ਕਰੋਗੇ, ਤੁਹਾਨੂੰ ਆਈਡੀਆ ਚੰਗਾ ਵੀ ਲੱਗਿਆ ਹੋਏਗਾ। ਅਗਰ ਤੁਹਾਡਾ ਕੋਈ ਸੁਜੈਸ਼ਨ ਹੈਗਾ ਅਤੇ ਉਹ ਵੀ ਤੁਸੀਂ ਜ਼ਰੂਰ ਕਮੈਂਟ ਦੇ ਵਿੱਚ ਦੇਣਾ, ਜਾਂ ਮੋਸਟਲੀ ਲੋਕਾਂ ਕੋਲ ਮੇਰਾ ਨੰਬਰ ਹੈਗਾ ਤਾਂ ਤੁਸੀਂ ਮੈਨੂੰ ਕਾਲ ਕਰਕੇ ਵੀ ਜਿਹੜਾ ਹੈਗਾ ਕਿ ਆਪਣਾ ਕੋਈ ਵੀ ਆਈਡੀਆ ਕਿਸ ਤਰ੍ਹਾਂ ਇਸ ਨੂੰ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਤੁਸੀਂ ਜ਼ਰੂਰ ਸ਼ੇਅਰ ਕਰਿਓ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।